ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਫਰਾਂਸ ਇਜ਼ ਕਰੰਟਲੀ ਗੋਇੰਗ ਥਰੂ ਅ ਬਿਗ ਪਬਲਿਕ ਟਰਮੋਇਲ ਕਿਉਂਕਿ ਉੱਥੇ ਰੀਸੈਂਟਲੀ ਕੁਝ ਰਿਟਾਇਰਮੈਂਟ ਰਿਫਾਰਮਸ ਪਾਸ ਹੋਏ ਨੇ ਤੇ ਉੱਥੇ ਉਹਨਾਂ ਨੇ ਰਿਟਾਇਰਮੈਂਟ ਏਜ ਦੀ ਐਲੀਜੀਬਿਲਿਟੀ ਇਨਕਰੀਜ਼ ਕਰਤੀ ਹੈ ਫਰੋਮ 62 ਇਅਰਸ ਟੂ 64 ਇਅਰਸ। ਤੇ ਜੇ ਤੁਹਾਨੂੰ ਯਾਦ ਹੋਏ ਹਾਰਪਰ ਗਵਰਨਮੈਂਟ ਨੇ ਬੈਕ ਇਨ 2013-2014 ਉਹਨਾਂ ਨੇ ਵੀ ਕੈਨੇਡਾ ਵਿੱਚ 올ਡ ਏਜ ਸਿਕਿਉਰਿਟੀ ਜਾਂ OAS ਦੀ ਐਲੀਜੀਬਿਲਿਟੀ ਏਜ ਇਨਕਰੀਜ਼ ਕਰਤੀ ਸੀ ਫਰੋਮ 65 ਇਅਰਸ ਟੂ 67 ਇਅਰਸ। But fortunately ਜਦੋਂ ਟਰੂਡੋ ਗਵਰਨਮੈਂਟ ਆਈ they have rolled back those changes ਤੇ ਅੱਜ ਆਪਣੀ OAS ਦੀ eligibility age 65 ਹੀ ਹੈ। Now problem ਕੀ ਹੈ ਕਿ ਕੈਨੇਡਾ ਦੀ ਰਿਟਾਇਰੀ population is increasing by day ਤੇ ਸਾਡੀ working population ਘਟ ਰਹੀ ਹੈ, ਜਿਹਦਾ ਮਤਲਬ ਹੈ working population ਘਟਣ ਦਾ ਮਤਲਬ ਹੈ ਗਵਰਨਮੈਂਟ ਕੋ ਘੱਟ ਟੈਕਸ ਰੈਵਨਿਊਜ਼ ਇਕੱਠੇ ਹੋਣਗੇ। ਘੱਟ ਟੈਕਸ ਰੈਵਨਿਊਜ਼ ਦਾ ਮਤਲਬ ਗਵਰਨਮੈਂਟ ਲਈ ਇਹ OAS ਪੈਨਸ਼ਨਸ ਦੇਣਾ ਜਾਂ ਹੋਰ ਜਨਰਲ ਸੋਸ਼ਲ ਸਰਵਿਸਿਜ਼ ਦੇ ਬੈਨੀਫਿਟ ਦੇਣਾ ਦਿਨੋਂ ਦਿਨ ਔਖਾ ਹੁੰਦਾ ਜਾ ਰਿਹਾ। ਇਟ ਇਜ਼ ਬਿਕਮਿੰਗ ਅਨਸਸਟੇਨੇਬਲ ਤੇ ਇਹਦਾ ਸੋਲਿਊਸ਼ਨ ਟਰੂਡੋ ਗਵਰਨਮੈਂਟ ਨੇ ਕੱਢਿਆ ਹੈ ਹਾਇਰ ਇਮੀਗ੍ਰੇਸ਼ਨ ਐਂਡ ਦੈਟ ਇਜ਼ ਵਾਈ ਲਾਸਟ ਈਅਰ ਤੋਂ ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਟਾਰਗੇਟਸ ਬਹੁਤ ਜ਼ਿਆਦਾ ਹਾਈ ਕਰਤੇ ਨੇ। ਇਨਫੈਕਟ 2022 ਵਿੱਚ we have received or we had about 1 million people coming to Canada in 2022 and I agree we need higher immigration। problem ਇਹ ਹੈ ਕਿ ਸਾਡੇ resources ਤੇ ਸਾਡਾ infrastructure that is not keeping up with higher immigration। ਸਾਡੇ ਕੋਲ ਉਹੀ roads ਨੇ, ਉਹੀ hospitals ਨੇ, ਉਹੀ schools ਨੇ, housing ਦਾ ਤੁਹਾਨੂੰ already ਪਤਾ ਹੈ ਕੀ ਹਾਲ ਹੈ। ਨਵੇਂ ਇਮੀਗ੍ਰੈਂਟਸ ਇੱਥੇ ਜਿਹੜੇ ਆ ਰਹੇ ਨੇ ਜਾਂ ਜਿਹੜੇ ਬੰਦੇ ਇੱਥੇ ਆਲਰੇਡੀ ਮਿਨੀਮਮ ਵੇਜਸ ਤੇ ਕੰਮ ਕਰ ਰਹੇ ਨੇ ਡਿਊ ਟੂ ਹਾਇਰ ਇਨਫਲੇਸ਼ਨ ਐਂਡ ਡਿਊ ਟੂ ਹਾਇਰ ਟੈਕਸਸ it is becoming very difficult for these people to survive। ਸੇਵ ਕਰਨਾ, ਇਨਵੈਸਟ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਇਹਨਾਂ ਲੋਕਾਂ ਲਈ ਰੈਂਟਸ ਅਫੋਰਡ ਕਰਨਾ ਜਾਂ ਮੌਰਗੇजेस ਪੇ ਕਰਨਾ it is becoming difficult day by day। ਸੋ ਮੇਰਾ ਜਿੱਥੇ ਤੱਕ ਖਿਆਲ ਹੈ ਸੂਨਰ ਔਰ ਲੇਟਰ, ਅੱਜ ਨਹੀਂ ਤੇ ਅੱਜ ਤੋਂ 5 ਸਾਲ ਬਾਅਦ ਸਾਨੂੰ ਆਪਣੀ ਇਹ 올ਡ ਏਜ ਸਿਕਿਉਰਿਟੀ ਦੀ ਏਜ ਜਿਹੜੀ ਹੈਗੀ ਐਲੀਜੀਬਿਲਿਟੀ ਏਜ ਅੱਜ ਨਹੀਂ ਤਾਂ ਕੱਲ ਇਨਕਰੀਜ਼ ਕਰਨੀ ਹੀ ਪਏਗੀ ਬਿਕੋਜ਼ ਇਮੀਗ੍ਰੇਸ਼ਨ ਵੀ ਕਿਸੇ ਇੱਕ ਲੈਵਲ ਤੱਕ ਹੋ ਸਕਦੀ ਹੈ। ਵੀ ਸਟਿਲ ਨੀਡ ਦੋਜ਼ ਰਿਸੋਰਸਿਸ ਐਂਡ ਇਨਫਰਾਸਟਰਕਚਰ ਸਮਹਾਉ ਟੂ ਕੀਪ ਪੇਸ ਵਿਦ ਲੈਵਲ ਆਫ ਇਮੀਗ੍ਰੇਸ਼ਨ। ਸੋ ਜਿਹੜੇ ਬੰਦੇ ਇੱਥੇ ਨਵੇਂ ਆਉਂਦੇ ਨੇ ਆਲ ਆਈ ਕੈਨ ਸੁਜੈਸਟ ਫॉर them ਕਿ ਪਲੀਜ਼ ਆਪਣੀ ਸਕਿੱਲਸ ਇਨਕਰੀਜ਼ ਕਰੋ, ਆਪਣੀ ਕਿਸੇ ਤਰ੍ਹਾਂ ਕੁਝ ਜੌਬਸ ਕਰਕੇ ਇਨਕਮ ਇਨਕਰੀਜ਼ ਕਰੋ। ਦੈਟ ਇਜ਼ ਦਾ ਓਨਲੀ ਵੇ ਆਈ ਕੈਨ ਪ੍ਰੋਬੇਬਲੀ ਸੁਜੈਸਟ ਕਿ ਜਿੱਦਾਂ ਹੀ ਤੁਹਾਡੀ ਸਕਿੱਲਸ ਇਨਕਰੀਜ਼ ਹੁੰਦੀਆਂ ਤੁਸੀਂ ਕਿਸੇ ਟ੍ਰੇਡ ਪ੍ਰੋਗਰਾਮ ਵਿੱਚ ਇਨਰੋਲ ਕਰਦੇ ਹੋ, ਬੀਇੰਗ ਅ ਪਲੰਬਰ, ਬੀਇੰਗ ਅ ਇਲੈਕਟ੍ਰੀਸ਼ੀਅਨ ਔਰ ਪ੍ਰੋਬੇਬਲੀ ਹਾਈ ਸਕਿੱਲ IT jobs, only then probably you can survive, otherwise it's becoming very difficult। ਤੇ ਜਿਹੜੇ ਬੰਦੇ ਇੱਥੇ ਆਲਰੇਡੀ 5 10 15 ਸਾਲ ਤੋਂ ਐਸਟੈਬਲਿਸ਼ ਨੇ ਉਹਨਾਂ ਨੂੰ ਮੈਂ ਇਹੀ ਐਡਵਾਈਸ ਕਰਨਾ ਚਾਹੂੰਗਾ ਕਿ ਪਲੀਜ਼ ਡੋਂਟ try to rely on government benefits। ਆਪਣੇ ਰਿਟਾਇਰਮੈਂਟ ਲਈ ਖੁਦ ਹੁਣੇ ਸੋਚਣਾ ਸ਼ੁਰੂ ਕਰੋ because I really don't think these benefits will be available for a very long time। ਜੇ ਰਹੇ ਵੀ these benefits ਵੀ so low it will be almost negligible ਜਿਸ ਤਰ੍ਹਾਂ ਸਾਡੀ ਇਨਫਲੇਸ਼ਨ ਜਾ ਰਹੀ ਹੈ ਤੇ ਜਿਸ ਤਰ੍ਹਾਂ ਸਾਡੇ ਟੈਕਸਸ ਜਾ ਰਹੇ ਨੇ। ਲੈਟ ਮੀ ਨੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਤੁਹਾਡਾ ਜੇ ਕੋਈ ਆਪਣਾ ਕੁਐਸਚਨ ਹੈਗਾ ਫਾਈਨੈਂਸਸ ਨੂੰ ਲੈ ਕੇ ਯੂ ਕੈਨ ਆਲਵੇਜ਼ ਗਿਵ ਮੀ ਅ ਕਾਲ ਐਟ 416-270-1234। ਥੈਂਕਸ ਫॉर ਸਟਾਪਿੰਗ ਬਾय। ਸਗਨ ਗੋਇਆ।